हेलो दोस्तों, वेलकम टू सिद्धि पंजाब। ਤੇ ਅੱਜ ਆਪਾਂ 7th ਟੂ 9th ਜਨਵਰੀ 2023 ਤੱਕ ਦੀ ਡਿਸਕਸ਼ਨ ਜਿਹੜੀ ਆ ਕਰਨ ਵਾਲੇ ਹਾਂ। ਜਿਵੇਂ ਕਿ ਤੁਹਾਨੂੰ ਅਸੀਂ ਆਲਰੇਡੀ ਦੱਸ ਚੁੱਕੇ ਹਾਂ, ਪੰਜਾਬ ਪੀਸੀਐਸ ਦੀ ਪ੍ਰੈਪਰੇਸ਼ਨ ਲਈ ਕਰੰਟ ਅਫੇਅਰਸ ਬਹੁਤ ਇੰਪੋਰਟੈਂਟ ਪਾਰਟ ਹੈ। ਤੁਸੀਂ ਕੋਈ ਵੀ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਹੋ, ਛੋਟੇ-ਮੋਟੇ ਕਰੰਟ ਅਫੇਅਰਸ ਜਿਹੜੇ ਆ ਤੁਹਾਨੂੰ ਮਲਟੀਪਲ ਤਰੀਕਿਆਂ ਨਾਲ ਕੰਮ ਆਉਂਦੇ ਨੇ। ਪ੍ਰੀਲਿਮਸ 'ਚ ਜਾਂ MCQ ਬੇਸਡ ਪੇਪਰਾਂ 'ਚ ਤਾਂ ਡਾਇਰੈਕਟਲੀ ਤੁਸੀਂ ਯੂਜ਼ ਕਰਦੇ ਹੋ। ਸਬਜੈਕਟਿਵ ਜਾਂ ਮੇਨਸ ਪੇਪਰਾਂ ਵਿੱਚ ਤੁਸੀਂ ਇਹਨਾਂ ਨੂੰ ਐਜ਼ ਐਗਜ਼ਾਮਪਲਸ, ਐਜ਼ ਕੇਸ ਸਟੱਡੀਜ਼, ਐਜ਼ ਡਾਟਾ ਪੁਆਇੰਟ ਜਿਹੜਾ ਹੈ ਕਰੰਟ ਅਫੇਅਰਸ 'ਚੋਂ ਯੂਜ਼ ਕਰ ਸਕਦੇ ਹੋ। ਤਾਂ ਇਸੇ ਲਈ ਅਸੀਂ ਇਹ ਇੰਪੋਰਟੈਂਟ ਇਨੀਸ਼ੀਏਟਿਵ ਤੁਹਾਡੀ ਪ੍ਰੈਪਰੇਸ਼ਨ ਨੂੰ ਬੂਸਟ ਕਰਨ ਲਈ ਚਲਾਇਆ ਹੈ ਸਿੱਧੀ ਪੰਜਾਬ 'ਤੇ। ਅਗਰ ਇਹ ਇਨੀਸ਼ੀਏਟਿਵ ਤੁਹਾਨੂੰ ਹੈਲਪ ਕਰ ਰਿਹਾ ਹੈ, ਪਲੀਜ਼ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰੋ, ਸਾਨੂੰ ਸਪੋਰਟ ਕਰੋ ਅਤੇ ਹੋਰ PCS ਦੀ ਤਿਆਰੀ ਕਰਨ ਵਾਲੇ ਬੱਚਿਆਂ ਨਾਲ ਸਾਡਾ ਚੈਨਲ ਜਿਹੜਾ ਹੈ ਸ਼ੇਅਰ ਕਰੋ। ਠੀਕ ਹੈ ਜੀ, ਚਲੋ ਫਿਰ ਅੱਜ ਦੇ ਟੌਪਿਕਸ ਦੇਖ ਲੈਂਦੇ ਹਾਂ ਜਿਹੜੇ ਆਪਾਂ ਡਿਸਕਸ ਕਰਾਂਗੇ। ਪਹਿਲਾ ਇੰਪੋਰਟੈਂਟ ਟੌਪਿਕ ਸਾਈਬਰ ਕ੍ਰਾਈਮ ਇਨ ਬਠਿੰਡਾ। ਇਹ ਤੁਸੀਂ ਐਜ਼ ਕੇਸ ਸਟੱਡੀ ਯੂਜ਼ ਕਰ ਸਕਦੇ ਹੋ। ਅੱਗੇ ਜਾ ਕੇ ਡਿਟੇਲ 'ਚ ਡਿਸਕਸ ਕਰਦੇ ਹਾਂ ਕਿਵੇਂ ਇਹਦਾ ਯੂਜ਼ ਤੁਸੀਂ ਉਹ ਆਪਦੇ ਪੇਪਰਾਂ ਵਿੱਚ ਕਰ ਸਕਦੇ ਹੋ। ਸੈਕਿੰਡ ਇੰਪੋਰਟੈਂਟ ਟੌਪਿਕ ਪ੍ਰਵਾਸੀ ਭਾਰਤੀय ਦਿਵਸ 2023 ਬਹੁਤ ਹੀ ਇੰਪੋਰਟੈਂਟ ਹੈ। ਜਿਹੜੇ ਵੀ 2023 ਦੇ ਪੇਪਰ ਤੁਸੀਂ ਲਿਖੋਗੇ ਉਹਨਾਂ ਸਾਰਿਆਂ ਲਈ ਇਹਦੀ ਜਾਣਕਾਰੀ ਹੋਣਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਠੀਕ ਹੈ ਜੀ, ਤੀਸਰਾ ਟੌਪਿਕ ਸਾਡਾ ਹੈ ਰੀਨਿਊਏਬਲ ਐਨਰਜੀ 'ਤੇ ਕੁਝ ਇੰਪੋਰਟੈਂਟ ਡਾਟਾ ਆਇਆ ਛੋਟਾ ਜਿਹਾ, ਇਹ ਵੀ ਆਪਾਂ ਲਿਖ ਕੇ ਰੱਖ ਲਾਂਗੇ। ਤੇ ਆਹ ਚੌਥਾ ਟੌਪਿਕ ਆਪਣਾ ਹੈ ਪੰਜਾਬ ਹੈਲਥ ਮਿਨਿਸਟਰ 'ਤੇ ਕੁਛ ਡਿਵੈਲਪਮੈਂਟ ਹੋਈ ਹੈ। ਵੈਸੇ ਜ਼ਿਆਦਾ ਸਿਗਨੀਫਿਕੈਂਟ ਨਹੀਂ ਹੈ, ਬਟ ਆਪਾਂ ਇਹਨੂੰ ਵੀ ਡਿਸਕਸ ਕਰ ਲਾਂਗੇ ਅਗਰ ਥੋੜ੍ਹਾ ਬਹੁਤ ਆਪਾਂ ਨੂੰ ਕਦੀ ਜ਼ਰੂਰਤ ਵੀ ਪੈ ਜਾਵੇ। ਠੀਕ ਹੈ ਜੀ, ਤਾਂ ਪਹਿਲਾ ਟੌਪਿਕ ਆਪਾਂ ਡਿਸਕਸ ਕਰਦੇ ਹਾਂ 200% ਇਨਕਰੀਜ਼ ਇਨ ਸਾਈਬਰ ਕ੍ਰਾਈਮ ਇਨ ਬਠਿੰਡਾ ਡਿਸਟ੍ਰਿਕਟ ਇਨ 3 years। ਠੀਕ ਹੈ ਜੀ, ਨਿਊਜ਼ ਆਈਟਮ ਕੀ ਕਹਿ ਰਹੀ ਹੈ ਕਿ ਪਿਛਲੇ 3 ਸਾਲਾਂ 'ਚ ਅਗਰ ਤੁਸੀਂ ਦੇਖੋ ਤਾਂ ਸਾਈਬਰ ਕ੍ਰਾਈਮ ਦਾ ਰੇਟ ਜਿਹੜਾ ਹੈ ਬਠਿੰਡਾ ਜ਼ਿਲ੍ਹੇ ਵਿੱਚ 200% ਜਿਹੜਾ ਹੈ ਵੱਧ ਗਿਆ ਹੈ। ਠੀਕ ਹੈ, ਤਾਂ ਤੁਸੀਂ ਸਿਰਫ ਇਹ ਲਾਈਨ ਯਾਦ ਰੱਖਣੀ ਹੈ। ਦੇਖੋ, ਤੁਹਾਨੂੰ ਸਾਈਬਰ GS3 ਵਿੱਚ ਸਿਕਿਉਰਿਟੀ ਤੁਹਾਡਾ ਇੰਪੋਰਟੈਂਟ ਪਾਰਟ ਹੈ। ਇਸ 'ਚ ਸਾਈਬਰ ਸਿਕਿਉਰਿਟੀ 'ਤੇ ਕੁਐਸਚਨ ਆਉਣਾ ਬਹੁਤ ਲਾਜ਼ਮੀ ਹੈ। ਉੱਤੋਂ ਦੀ ਤੁਹਾਨੂੰ ਐਸੇ ਰਾਈਟਿੰਗ 'ਚ ਵੀ ਸਾਈਬਰ ਸਿਕਿਉਰਿਟੀ 'ਤੇ ਆ ਸਕਦਾ ਹੈ ਟੌਪਿਕ। UPSC 'ਚ ਤਾਂ ਆਲਰੇਡੀ ਉਹ ਪੁੱਛ ਚੁੱਕੇ ਨੇ ਸਾਈਬਰ ਸਿਕਿਉਰਿਟੀ 'ਤੇ। ਤਾਂ ਸੇਮ ਹੀ ਪੰਜਾਬ PCS 'ਚ ਵੀ ਹਾਈ ਪ੍ਰੋਬੇਬਿਲਿਟੀ ਹੈ ਕਿ ਸਾਈਬਰ ਸਿਕਿਉਰਿਟੀ 'ਤੇ ਐਸੇ ਲਿਖਣਾ ਆ ਜਾਏ। ਤਾਂ ਤੁਹਾਨੂੰ ਇਹੋ ਜਿਹੀ ਐਗਜ਼ਾਮਪਲਸ, ਡੇਟਾ ਦੀ ਰਿਪੋਜ਼ਿਟਰੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਤਾਂ ਕਿ ਤੁਸੀਂ ਆਪਦੀ ਆਰਗੂਮੈਂਟਸ ਨੂੰ ਸਪੋਰਟ ਕਰ ਸਕੋ। ਕਿਵੇਂ ਸਾਈਬਰ ਕ੍ਰਾਈਮ ਜਿਹੜਾ ਹੈ ਸਾਡੀ ਸਿਕਿਉਰਿਟੀ ਲਈ ਇੱਕ ਵੱਡਾ ਚੈਲੰਜ ਇਮਰਜ ਹੋ ਰਿਹਾ ਹੈ, ਉੱਥੇ ਜਿਵੇਂ ਤੁਸੀਂ ਇਹ ਐਗਜ਼ਾਮਪਲ ਦੇ ਸਕਦੇ ਹੋ ਕਿ ਅਗਰ ਆਪਾਂ ਪੰਜਾਬ ਵਿੱਚ ਬਠਿੰਡੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਪਿਛਲੇ 3 ਸਾਲਾਂ ਵਿੱਚ 200% ਰਾਈਜ਼ ਹੋਇਆ ਹੈ ਸਾਈਬਰ ਕ੍ਰਾਈਮਸ ਦੇ ਕੇਸਿਸ ਵਿੱਚ। ਠੀਕ ਹੈ, ਇਸ ਤਰੀਕੇ ਨਾਲ ਇਹ ਬਹੁਤ ਹੀ ਇੰਪੋਰਟੈਂਟ ਡਾਟਾ ਹੈ। ਆਪਦੇ GS3 ਦੇ ਸਿਕਿਉਰਿਟੀ ਦੇ ਵਿੱਚ ਸਾਈਬਰ ਸਿਕਿਉਰਿਟੀ ਦੇ ਨੋਟਸ 'ਚ ਇਹ ਲਿਖ ਕੇ ਰੱਖੋ। ਠੀਕ ਹੈ ਜੀ, ਅਗਰ ਤੁਹਾਨੂੰ ਨੋਟ ਮੇਕਿੰਗ 'ਚ ਕੋਈ ਵੀ ਪ੍ਰੋਬਲਮ ਹੈ ਨਾ, ਤੁਸੀਂ ਮੈਨੂੰ ਕਮੈਂਟਸ 'ਚ ਲਿਖ ਕੇ ਦੱਸੋ। ਮੈਂ ਤੁਹਾਨੂੰ ਸਟ੍ਰੈਟਜੀ ਦੱਸਾਂਗੀ ਨੋਟ ਮੇਕਸ ਤੁਸੀਂ ਕਿਵੇਂ ਕਰਨੇ ਆ ਤਾਂ ਕਿ ਇਹਨਾਂ ਨੂੰ ਅੱਛੀ ਤਰੀਕੇ ਨਾਲ ਰਿਵਾਈਜ਼ ਕਰਕੇ ਤੁਸੀਂ ਆਪਦੀ ਪ੍ਰੈਪਰੇਸ਼ਨ ਨੂੰ ਸਪਲੀਮੈਂਟ ਕਰ ਸਕੋ। ਠੀਕ ਹੈ ਜੀ, ਤਾਂ ਇਹ ਆਪਣਾ ਫਰਸਟ ਇੰਪੋਰਟੈਂਟ ਆਰਟੀਕਲ ਤੇ ਡੇਟਾ ਹੋ ਗਿਆ, ਲਿਖ ਕੇ ਰੱਖਣਾ ਹੈ ਇਹਨੂੰ। ਨੈਕਸਟ ਇੰਪੋਰਟੈਂਟ ਆਰਟੀਕਲ ਜਿਹੜਾ ਆਪਾਂ ਡਿਸਕਸ ਕਰਾਂਗੇ ਉਹ ਹੈ ਪ੍ਰਵਾਸੀ ਭਾਰਤੀय ਦਿਵਸ। ਰਾਈਟ, ਪ੍ਰਵਾਸੀ ਭਾਰਤੀय ਦਿਵਸ, ਜਿਵੇਂ ਤੁਸੀਂ ਨਾਮ ਤੋਂ ਸਮਝ ਸਕਦੇ ਹੋ, ਪ੍ਰਵਾਸੀ ਮਤਲਬ ਬਾਹਰ ਲੈਣ ਵਾਲੇ ਇੰਡੀਅਨਸ। ਬੇਸਿਕਲੀ ਡਾਇਸਪੋਰਾ 'ਤੇ ਇੰਪੋਰਟੈਂਟ ਆਰਟੀਕਲ ਹੈ। ਇਹ ਤੁਹਾਨੂੰ ਪ੍ਰੀਲਿਮਸ 'ਚ ਤਾਂ ਬਹੁਤ ਕੰਮ ਆਵੇਗਾ ਹੀ, ਅਤੇ ਆਪਾਂ IR ਦਾ ਤੁਸੀਂ ਕਹਿ ਸਕਦੇ ਹੋ GS2 ਦੇ ਵਿੱਚ, ਮੇਨਸ ਦੇ ਵਿੱਚ ਵੀ ਇਹਨੂੰ ਤੁਸੀਂ ਆਪਦੇ ਆਨਸਰਸ ਵਿੱਚ ਯੂਜ਼ ਕਰ ਸਕਦੇ ਹੋ। ਤਾਂ ਪਹਿਲਾਂ ਬੇਸਿਕਲੀ ਆਪਾਂ ਦੇਖ ਲੈਂਦੇ ਹਾਂ ਕਿ ਪ੍ਰਵਾਸੀ ਭਾਰਤੀय ਦਿਵਸ ਹੁੰਦਾ ਕੀ ਹੈ, ਕਿ ਅਗਰ ਇਸ 'ਤੇ ਕਦੀ ਵੀ ਕੋਈ ਕੁਐਸਚਨ ਆਈਏ ਆਪਾਂ ਆਨਸਰ ਕਰ ਸਕੀਏ। ਤਾਂ ਦੇਖੋ, ਹਰ 9th ਜਨਵਰੀ ਨੂੰ ਹਰ ਦੂਜੇ ਸਾਲ ਇਹ ਜਿਹੜਾ ਦਿਵਸ ਹੈ ਉਹ ਬਣਾਇਆ ਜਾਂਦਾ ਹੈ। ਤਾਂ ਕਹਿਣ ਦਾ ਮਤਲਬ ਹੈ ਇਹ 2 ਸਾਲਾਂ ਵਿੱਚ ਇੱਕ ਵਾਰ ਆਉਂਦਾ ਹੈ। ਇਹ ਬਾਈਨੀਅਲ ਹੈ, 2 ਸਾਲਾਂ ਵਿੱਚ ਇੱਕ ਵਾਰ ਮਨਾਇਆ ਜਾਂਦਾ ਹੈ ਹਰ 9th ਜਨਵਰੀ ਨੂੰ। ਠੀਕ ਹੈ ਜੀ, ਹੁਣ ਇਹ ਮਨਾਇਆ ਕਿਉਂ ਜਾਂਦਾ ਹੈ? ਤਾਂ ਤੁਹਾਨੂੰ ਅਗਰ ਮਾਡਰਨ ਹਿਸਟਰੀ ਥੋੜ੍ਹੀ ਬਹੁਤ ਪੜ੍ਹੀ ਹੈ ਤਾਂ ਤੁਹਾਨੂੰ ਪਤਾ ਹੋਊਗਾ ਕਿ 1915 ਦੇ ਵਿੱਚ ਜਿਹੜੇ ਮਹਾਤਮਾ ਗਾਂਧੀ ਨੇ ਉਹ ਸਾਊਥ ਅਫਰੀਕਾ ਤੋਂ ਇੰਡੀਆ ਵਿੱਚ ਵਾਪਸ ਆਏ ਸੀ। ਤਾਂ ਉਹ ਵੀ ਇੱਕ ਪ੍ਰਵਾਸੀ ਸੀ ਅਤੇ ਉਹਨਾਂ ਨੇ ਆ ਕੇ ਇੰਡੀਆ ਦੀ ਫਰੀਡਮ ਸਟਰਗਲ 'ਚ ਕਿੰਨਾ ਕੰਟਰੀਬਿਊਸ਼ਨ ਕੀਤਾ, ਈਵਨ ਸਾਊਥ ਅਫਰੀਕਾ 'ਚ ਰਹਿ ਕੇ ਕਾਫੀ ਕੰਟਰੀਬਿਊਸ਼ਨ ਕੀਤਾ। ਤਾਂ ਉਸ ਤਰੀਕੇ ਨਾਲ ਰਿਲੇਟ ਕਰਕੇ ਇਹ ਡੇ ਨੂੰ ਬਰਥ ਦਿੱਤਾ ਗਿਆ, ਤੁਸੀਂ ਕਹਿ ਸਕਦੇ ਹੋ, ਟੂ ਸੈਲੀਬ੍ਰੇਟ, ਟੂ ਰਿਕੋਗਨਾਈਜ਼ ਦੀ ਕੰਟਰੀਬਿਊਸ਼ਨ ਆਫ ਇੰਡੀਅਨ ਡਾਇਸਪੋਰਾ ਲਿਵਿੰਗ ਅਬਰੋਡ।
ਠੀਕ ਹੈ ਜੀ। ਤਾਂ ਇਹ ਡੇਟ ਤੁਸੀਂ ਯਾਦ ਰੱਖਣੀ ਹੈ ਕਿ ਇਸੇ ਡੇਟ ਨੂੰ ਇਹ ਕਿਉਂ ਬਣਾਇਆ ਜਾਂਦਾ ਹੈ, ਕਿਉਂਕਿ 1915 ਵਿੱਚ ਮਹਾਤਮਾ ਗਾਂਧੀ ਵੀ ਸਾਊਥ ਅਫਰੀਕਾ ਤੋਂ ਇਸ ਡੇਟ ਨੂੰ ਵਾਪਸ ਆਏ ਸੀ ਇੰਡੀਆ ਵਿੱਚ। ਠੀਕ ਹੈ ਜੀ। ਇਹ 2003 ਤੋਂ ਮਨਾਇਆ ਜਾ ਰਿਹਾ ਹੈ। ਇਹ ਸੈਲੀਬ੍ਰੇਸ਼ਨ ਨੂੰ ਸਪੋਂਸਰ ਜਾਂ ਫਾਈਨੈਂਸ ਕੌਣ ਕਰਦਾ ਹੈ? ਮਿਨਿਸਟਰੀ ਆਫ ਓਵਰਸੀਜ਼ ਇੰਡੀਅਨ ਅਫੇਅਰਸ। ਇਹ ਵਾਲੀ ਮਿਨਿਸਟਰੀ ਹੁਣ ਜਿਹੜੀ ਹੈ ਤੁਹਾਡੀ ਸਬ ਰਿਜ਼ਿਊਮ ਹੋ ਗਈ ਹੈ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੇ ਵਿੱਚ। ਤਾਂ ਦੋਨਾਂ ਨੂੰ ਰਿਲੇਟ ਕਰਕੇ ਤੁਸੀਂ ਯਾਦ ਰੱਖਣਾ ਹੈ। ਉਹਦੇ ਨਾਲ ਤੁਹਾਡੀ ਫਿੱਕੀ ਜਾਂ ਫੈਡਰੇਸ਼ਨ ਆਫ ਇੰਡੀਅਨ ਚੈਂਬਰਸ ਕਮਰਸ ਐਂਡ ਇੰਡਸਟਰੀ ਤੁਸੀਂ ਕਹਿ ਸਕਦੇ ਹੋ, ਇਹ ਸਪੋਰਟ ਕਰਦੀ ਹੈ ਫਾਈਨੈਂਸ਼ੀਅਲੀ। ਤੇ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ ਵੀ ਇਸ ਸੰਮੇਲਨ ਨੂੰ ਕੰਡਕਟ ਕਰਨ ਵਿੱਚ ਫਾਈਨੈਂਸ਼ੀਅਲ ਸਪੋਰਟ ਦਿੰਦੀ ਹੈ। ਠੀਕ ਹੈ ਜੀ। ਇਸ ਨੈਕਸਟ ਇੰਪੋਰਟੈਂਟ ਪੁਆਇੰਟ ਹੈ ਇਸ ਦਾ, ਦੇਖੋ ਇਸ ਫੰਕਸ਼ਨ ਨੂੰ ਜਦ ਕੰਡਕਟ ਕੀਤਾ ਜਾਂਦਾ ਹੈ ਤਾਂ ਕਾਫੀ ਸਾਰੇ ਅਵਾਰਡ ਵਗੈਰਾ ਵੀ ਦਿੱਤੇ ਜਾਂਦੇ ਨੇ, ਤਾਂ ਜਿਹੜੇ ਹਾਈਐਸਟ ਓਨਰ ਹੁੰਦੇ ਆ NRIs ਨੂੰ, ਜਿਹੜੇ ਆਪਾਂ ਦੇ ਸਕਦੇ ਹਾਂ, ਉਹ ਇਸ ਫੰਕਸ਼ਨ ਦੇ ਅੰਡਰ NRIs ਨੂੰ ਦਿੱਤੇ ਜਾਂਦੇ ਨੇ। ਠੀਕ ਹੈ। ਤਾਂ ਪ੍ਰਵਾਸੀ ਭਾਰਤੀय सम्मान ਅਵਾਰਡ ਨਾਮ ਦੀ ਵੀ ਇੱਕ ਕੈਟਾਗਰੀ ਹੈ। ਪਰਸਨਸ ਆਫ ਇੰਡੀਅਨ ਓਰੀਜਨ ਜਾਂ NRIs ਨੂੰ ਇਹ ਅਵਾਰਡਸ ਜਿਹੜੇ ਦਿੱਤੇ ਜਾਂਦੇ ਨੇ। ਠੀਕ ਹੈ ਜੀ। ਇਹ ਬੇਸਿਕ ਇਨਫੋਰਮੇਸ਼ਨ ਤੁਸੀਂ ਪ੍ਰਵਾਸੀ ਭਾਰਤੀय ਦਿਵਸ 'ਤੇ ਯਾਦ ਰੱਖਣੀ ਹੈ। ਕੁਛ ਨਹੀਂ ਹੈ ਬਟ ਬਹੁਤ ਇੰਪੋਰਟੈਂਟ ਹੈ ਫਿਰ ਵੀ। ਠੀਕ ਹੈ। ਹੁਣ ਅਗਰ ਆਂਸਰ ਰਾਈਟਿੰਗ ਲਈ ਆ ਜਾਏ ਤਾਂ ਸਿਗਨੀਫਿਕੈਂਸ ਕੀ ਹੈ ਆਪਣੇ ਪ੍ਰਵਾਸੀ ਭਾਰਤੀय ਦਿਵਸ ਦਾ? ਤਾਂ ਦੇਖੋ ਇਹ ਬਹੁਤ ਇੰਪੋਰਟੈਂਟ ਪਾਰਟ ਹੈ ਆਪਣੇ ਡਾਇਸਪੋਰਾ ਨਾਲ, ਆਪਣੇ ਇੰਡੀਅਨਸ ਜਿਹੜੇ ਬਾਹਰ ਰਹਿ ਰਹੇ ਆ ਉਹਨਾਂ ਨਾਲ ਕਨੈਕਟ ਮੇਨਟੇਨ ਰੱਖਣ ਦਾ। ਇਹ ਡਾਇਸਪੋਰਾ ਦੇਖੋ ਆਪਣੇ ਡਿਵੈਲਪਮੈਂਟ ਵਿੱਚ, ਆਪਣੀ ਗਰੋਥ ਵਿੱਚ ਬਹੁਤ ਤਰੀਕਿਆਂ ਨਾਲ ਹੈਲਪ ਕਰਦੇ ਨੇ। ਇਹ ਆਪਾਂ ਨੂੰ ਰੈਮਿਟੈਂਸਿਸ ਭੇਜਦੇ ਨੇ। ਦੈਟ ਮੀਨਸ ਬਹੁਤ ਸਾਰਾ ਫਾਈਨੈਂਸ ਜਿਹੜਾ ਹੈ ਫੋਰਨ ਤੋਂ ਆਪਣੇ ਇੰਡੀਆ ਵਿੱਚ ਆਉਂਦਾ ਰਹਿੰਦਾ ਹੈ ਫੋਰਨ ਕਰੰਸੀ ਵਿੱਚ, ਜਿਹੜਾ ਕਿ ਆਪਣੀ GDP ਨੂੰ ਬੂਸਟ ਕਰਦਾ ਹੈ, ਹੈਲਪ ਕਰਦਾ ਹੈ। ਇੰਡੀਆ ਇੰਡੀਆ ਲਾਰਜੈਸਟ ਟॉप मोस्ट ਰਿਸੀਵਰ ਹੈ ਰੈਮਿਟੈਂਸਿਸ ਦਾ ਅਕੋਰਡਿੰਗ ਟੂ ਵਰਲਡ ਬੈਂਕ ਡਾਟਾ। ਤਾਂ ਇਸੇ ਲਈ ਡਾਇਸਪੋਰਾ ਜਿਹੜਾ ਆਪਣੇ ਰੈਮਿਟੈਂਸਿਸ ਆਪਾਂ ਨੂੰ ਕਨਵੇ ਕਰਦਾ ਹੈ, ਆਪਾਂ ਨੂੰ ਟੈਕਨੋਲੋਜੀ ਟਰਾਂਸਫਰ ਕਰਦਾ ਹੈ, ਆਪਣੇ ਇੰਡੀਅਨਸ ਲਈ ਜੌਬਸ ਵੀ ਕ੍ਰੀਏਟ ਕਰਨ ਦੀ ਉੱਥੇ ਫੈਸਿਲਿਟੇਸ਼ਨ ਕਰਦਾ ਹੈ। ਇਹ ਸਭ ਰੋਲ ਨੂੰ ਮੱਦੇ ਨਜ਼ਰ ਰੱਖਦੇ ਹੋਏ ਡਾਇਸਪੋਰਾ ਆਪਣੇ ਲਈ ਬਹੁਤ ਇੰਪੋਰਟੈਂਟ ਹੈ। ਤੇ ਪ੍ਰਵਾਸੀ ਭਾਰਤੀय ਦਿਵਸ ਨਾਲ ਆਪਾਂ ਆਪਦੇ ਸਾਰੇ ਡਾਇਸਪੋਰਾ ਨਾਲ ਦੁਬਾਰਾ ਕਨੈਕਟ ਕਰ ਸਕਦੇ ਹਾਂ ਤਾਂ ਕਿ ਉਹ ਆਪਦੇ ਰੂਟਸ ਨੂੰ ਨਾ ਭੁੱਲਣ, ਆਪਦੀ ਕੰਟਰੀ ਦੀ ਤਰਫ ਜੋ ਉਹਨਾਂ ਦੀ ਜ਼ਿੰਮੇਵਾਰੀ ਹੈ ਉਹਨੂੰ ਨਾ ਭੁੱਲਣ। ਠੀਕ ਹੈ ਜੀ। ਇਸੇ ਲਈ ਬਹੁਤ ਇੰਪੋਰਟੈਂਟ ਹੈ। ਹੁਣ ਡਾਇਸਪੋਰਾ ਆਪਣੇ ਲਈ ਇੰਨਾ ਕੁਝ ਕਰਦਾ ਹੈ ਤਾਂ ਆਪਣਾ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾਂ ਦੇ ਕੰਸਰਨਸ ਨੂੰ ਸੁਣਿਆ ਜਾ ਸਕੇ। ਤਾਂ ਪ੍ਰਵਾਸੀ ਭਾਰਤੀय ਦਿਵਸ ਇੱਕ ਇਹੋ ਜਿਹਾ ਪਲੈਟਫਾਰਮ ਵੀ ਐਕਟ ਕਰਦਾ ਹੈ ਜਿੱਥੇ ਆਪਾਂ ਡਾਇਸਪੋਰਾ ਦੇ ਕੰਸਰਨਸ ਨੂੰ ਕੰਸੀਡਰ ਕਰਕੇ ਸੋਲਵ ਕਰ ਸਕਦੇ ਹਾਂ। ਠੀਕ ਹੈ ਜੀ। ਅੱਗੇ ਡਾਇਸਪੋਰਾ ਦਾ ਰੋਲ ਦੇਖੋ ਆਪਣੀ ਡਿਵੈਲਪਮੈਂਟ ਵਿੱਚ ਕਾਫੀ ਹੈ, ਤਾਂ ਇਸੇ ਲਈ ਉਹਨਾਂ ਨਾਲ ਕੰਟੀਨਿਊਸ ਕਨੈਕਟ ਵਿੱਚ ਰਹਿਣਾ, ਗੱਲਬਾਤ 'ਚ ਰਹਿਣਾ ਬਹੁਤ ਇੰਪੋਰਟੈਂਟ ਹੈ। ਉਸ ਲਈ ਵੀ ਪ੍ਰਵਾਸੀ ਭਾਰਤੀय ਦਿਵਸ ਕਾਫੀ ਇੰਪੋਰਟੈਂਟ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਆ ਗਿਆ ਆਪਣੀ ਸੌਫਟ ਪਾਵਰ ਨੂੰ, ਇੰਡੀਆ ਦੀ ਸੌਫਟ ਪਾਵਰ ਨੂੰ ਸਟਰੈਂਥਨ ਕਰਨ ਲਈ ਡਾਇਸਪੋਰਾ ਦਾ ਇੰਪੋਰਟੈਂਟ ਰੋਲ ਹੈ। ਇਹ ਇੰਡੀਆ ਦੇ ਕਲਚਰ ਨੂੰ ਸਪਰੈਡ ਕਰਦੇ ਨੇ। ਤੁਸੀਂ ਦੇਖੋ ਯੋਗਾ ਸਾਰੀ ਦੁਨੀਆ ਵਿੱਚ ਫੇਮਸ ਹੋ ਗਿਆ ਹੈ। ਕਿਵੇਂ? ਇੰਡੀਅਨ ਡਾਇਸਪੋਰਾ ਦਾ ਬਹੁਤ ਵੱਡਾ ਰੋਲ ਹੈ ਇਸ ਵਿੱਚ। ਠੀਕ ਹੈ। ਤਾਂ ਇਸ ਤਰੀਕੇ ਨਾਲ ਇੰਡੀਆ ਦੀ ਕਲਚਰਲ ਹੈਰੀਟੇਜ, ਇੰਡੀਆ ਦੀ ਰਿਲੀਜੀਅਸ ਹੈਰੀਟੇਜ ਨੂੰ ਪ੍ਰਮੋਟ ਕਰਨ ਲਈ, ਉਹਦੇ ਤਰਫ ਪੋਜ਼ਿਟਿਵ ਪਰਸਪੈਕਟਿਵ ਕ੍ਰੀਏਟ ਕਰਨ ਲਈ ਡਾਇਸਪੋਰਾ ਨੇ ਕਾਫੀ ਇੰਪੋਰਟੈਂਟ ਰੋਲ ਪਲੇ ਕੀਤਾ ਹੈ। ਤਾਂ ਇਸੇ ਲਈ ਪ੍ਰਵਾਸੀ ਭਾਰਤੀय ਦਿਵਸ ਇੰਪੋਰਟੈਂਟ ਹੈ ਤਾਂ ਕਿ ਅਸੀਂ ਇਹਨਾਂ ਡਾਇਸਪੋਰਾ ਦੀ ਕੰਟਰੀਬਿਊਸ਼ਨ ਨੂੰ ਰਿਕੋਗਨਾਈਜ਼ ਕਰੀਏ ਤੇ ਇਹਨਾਂ ਨੂੰ ਯੂਜ਼ ਕਰਕੇ ਇੰਡੀਆ ਦੀ ਵੀ ਸੌਫਟ ਪਾਵਰ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਠੀਕ ਹੈ ਜੀ। ਇਹ ਪੁਆਇੰਟਸ ਲਿਖ ਕੇ ਰੱਖੋ, ਤੁਸੀਂ ਆਨਸਰਸ 'ਚ ਯੂਜ਼ ਕਰ ਸਕਦੇ ਹੋ। ਠੀਕ ਹੈ ਜੀ। ਹੁਣ ਆਪਾਂ ਕਰ ਲੈਂਦੇ ਹਾਂ ਕਿ ਪ੍ਰਵਾਸੀ ਭਾਰਤੀय ਦਿਵਸ ਜਿਹੜਾ ਹੁਣ ਚੱਲ ਰਿਹਾ ਹੈ ਦੈਟ ਇਜ਼ 2023, ਇਸ ਸਾਲ ਜਿਹੜਾ ਅੱਜ ਹੀ ਤੁਸੀਂ ਕਹਿ ਰਹੇ ਹੋ ਕਿ ਕੰਡਕਟ ਹੋਊਗਾ 3 ਦਿਨਾਂ ਲਈ, ਇਹ ਪ੍ਰਵਾਸੀ ਭਾਰਤੀय ਦਿਵਸ ਜਿਹੜਾ ਹੈ ਕੰਡਕਟ ਕੀਤਾ ਜਾਊਗਾ। ਇਸ ਦੇ ਕਿਆ ਸਿਗਨੀਫਿਕੈਂਸ ਨੇ ਇਹ ਆਪਾਂ ਥੋੜ੍ਹਾ ਜਿਹਾ ਡਿਸਕਸ ਕਰ ਲਈਏ। ਇਹਦੇ ਬਾਰੇ ਵੀ ਜਿਹੜੀ ਫੈਕਚੁਅਲ ਡਿਟੇਲ ਹੈ ਨਾ ਉਹ ਥੋੜ੍ਹੀ ਦੇਖ ਲਈਏ। ਠੀਕ ਹੈ ਜੀ। ਤਾਂ ਦੇਖੋ ਇਸ ਸਾਲ ਦਾ ਜਿਹੜਾ ਪ੍ਰਵਾਸੀ ਭਾਰਤੀय ਦਿਵਸ ਹੈ ਇਹਦੀ ਥੀਮ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਤੁਹਾਡੇ ਲਈ। ਡਾਇਸਪੋਰਾ ਰਿਲਾਇਬਲ ਪਾਰਟਨਰਸ ਫॉर ਇੰਡੀਆਜ਼ ਪ੍ਰੋਗਰੈਸ ਇਨ ਅੰਮ੍ਰਿਤਕਾਲ। ਠੀਕ ਹੈ ਜੀ। ਇਹ ਥੀਮ ਯਾਦ ਰੱਖਣੀ ਹੈ। ਥੀਮ ਤੇ ਹੀ ਇੰਪੋਰਟੈਂਟ ਕੁਐਸਚਨ ਬਣ ਸਕਦਾ ਹੈ। 2023 ਦੀ ਥੀਮ ਹੈ ਦਿਸ ਵਨ। ਥੀਮ ਨੂੰ ਯਾਦ ਰੱਖਣਾ ਹੈ। 2023 ਜਿਹੜੀ ਹੈ 17th ਐਡੀਸ਼ਨ ਹੈ, ਤੁਸੀਂ ਕਹਿ ਸਕਦੇ ਹੋ 17ਵਾਂ ਆਪਾਂ ਪ੍ਰਵਾਸੀ ਭਾਰਤੀय ਦਿਵਸ ਬਣਾ ਰਹੇ ਹਾਂ। ਤੇ ਹੋਰ ਇੰਪੋਰਟੈਂਟ ਇਨਫੋਰਮੇਸ਼ਨ ਕਿਆ ਹੈ, ਇੱਕ ਕਮੈਮੋਰੇਟਿਵ ਸਟੈਂਪ ਲਾਂਚ ਕੀਤੀ ਜਾਏਗੀ
जी ते लिखा जाएगा सुरक्षित जाएं पर प्रशिक्षित जाएं, मतलब कि इलीगली मत जाओ, गो वाई लीगल मीनस ते गो इन स्किल्ड मैनर, क्योंकि स्किल्ड ਦੀ ਤਰ੍ਹਾਂ ਜਾਓਗੇ ਤਾਂ ਬੈਟਰ ਜੌਬਸ ਮਿਲਣਗੀਆਂ, ਅਦਰਵਾਈਜ਼ ਆਪਾਂ ਕੁਆਲਿਟੀ ਜੌਬਸ ਉੱਥੇ ਪ੍ਰਾਪਤ ਨਹੀਂ ਕਰ ਪਾਉਂਦੇ। ਤਾਂ ਇੱਕ ਤਾਂ ਲੀਗਲ ਮੀਨਸ ਦੇ ਥਰੂ ਅਗਰ ਤੁਸੀਂ ਜਾਣਾ ਹੈ ਤਾਂ ਜਾਓ, ਤੇ ਸਕਿਲਡ ਵੇਜ਼ ਦੇ ਥਰੂ ਜਾਓ। ਇਹ ਆਪਣਾ ਮੋਟੋ ਹੈ, ਲੋਗੋ ਹੈ ਇਸ ਸਾਲ ਦੇ ਪ੍ਰਵਾਸੀ ਭਾਰਤੀय ਦਿਵਸ ਦਾ, ਤਾਂ ਇਸੇ ਲਈ ਸਟੈਂਪ ਲਾਂਚ ਕੀਤੀ ਗਈ। ठीक है जी। नैक्सट इंपॉर्टेंट इन्फॉर्मेशन क्या है, चीफ गेस्ट किहड़े ने अपने, गिना दे प्रेजिडेंट जिहड़े ने मुहम्मद इरफान अली, ये देखो इंडिया नाल लिंक है इन्हां दा, इसीलिए इन्हां नूं इनवाइट किया गया प्रवासी भारतीय ते एक गुआना दे जिहड़े है प्रेजिडेंट ने। हुण गुआना दी जोग्राफिकल लोकेशन भी देख लो, इसी तरीके नाल मैप बेस्ड क्वेश्चन आउंदे ने, क्योंकि ये प्रवासी भारतीय दिवस च मैंशन हुई है ये जगह, तो इस ते मैप बेस्ड क्वेश्चन आ सकता है। पंजाब PCS वाले सीधा पूछ सकते हैं सूँ कि ये कंट्री जिहड़ी है गुआना, ये किहड़े कॉन्टीनेंट विच है, या एम पूछा जा सकता है ये आस पास जिहड़ी है इंपॉर्टेंट वाटर बॉडी किहड़ी है ना जी। तो देखो ये साउथ अमेरिका, ये सारा तुहाडे सामने साउथ अमरीकन कॉन्टीनेंट जिहड़ा है प्रेजेंट किया गया है। ठीक है जी। ये टॉप मोस्ट नदਰਨ ਮੋਸਟ ਪਾਰਟ ਵਿੱਚ ਹੈ। ਇੱਥੇ ਦੇਖੋ ਇੰਪੋਰਟੈਂਟ ਵਾਟਰ ਬੋਡੀਜ਼ ਅਗਰ ਤੁਸੀਂ ਦੇਖਿਆ ਨਾ ਹੋਵੇ, ਪਨਾਮਾ ਕੈਨਲ ਹੈ, ਇੱਥੇ ਆਪਣਾ ਐਟਲਾਂਟਿਕ ਓਸ਼ੀਅਨ ਹੈ ਇਹ ਸਾਰਾ। ਠੀਕ ਹੈ, ਇਸ ਤਰੀਕੇ ਨਾਲ ਤੁਸੀਂ ਜਿਹੜੀਆਂ ਹੈ ਆਸ-ਪਾਸ ਅਗਰ ਹੋਰ ਵੀ ਕੋਈ ਛੋਟੀਆਂ ਵੱਡੀਆਂ ਵਾਟਰ ਬੋਡੀਜ਼ ਹੈ, ਆਈਲੈਂਡਸ ਹੈ, ਤਾਂ ਯਾਦ ਕਰੋ। ਠੀਕ ਹੈ, ਇਹਦੀ ਲੋਕੇਸ਼ਨ ਪੱਕਾ ਯਾਦ ਰੱਖਣੀ ਹੈ। ਠੀਕ ਹੈ, ਬ੍ਰਾਜ਼ੀਲ ਦੇ ਨਾਰਥ ਮੋਸਟ ਏਰੀਆ 'ਚ ਹੈ, ਵੈਨੇਜ਼ੁਏਲਾ ਦੇ ਈਸਟ 'ਚ ਹੈ। ਠੀਕ ਹੈ, ਇਹ ਚੀਫ ਗੈਸਟ ਸੀ। ਤੇ ਦੂਸਰਾ स्पैशल गैसट भी एक बुलाए गए ने जिहड़े कि प्रेजिडेंट ऑफ सूरीनाम ने। ठीक है जी, चंद्रिका पिशाद संतोखी ये आए ने, ये प्रेजिडेंट ऑफ सूरीनाम है। अगेन सूरीनाम की लोकेशन इंपॉर्टेंट है, तो ये भी गुआना के नेबरहुड च ही है, मतलब साउथ अमरीका दे विच सूरीनाम एक नेशन है। ठीक है जी, नदਰਨ मोस्ट पार्ट विच अगेन ये दोनों की इंपॉर्टेंट अपने लिए लोकेशन हो जाती है। ठीक है, याद रखना है ये जगहां जड़ियां दोनों मैप ते मार्क करके आपदे करंट अफेयर्स के नोट्स विच लिख के रखो, नाल प्रवासी भारतीय दिवस की इन्फॉर्मेशन। ठीक है जी, ये इंपॉर्टेंट है अपने लिए इस न्यूज़ आइटम चो, राइट। तो हुण देखो मेन्स आंसर राइटिंग के परसपैक्टिव तो ये कुछ इंपॉर्टेंट डाटा है। गवर्नमेंट ने जिवें कि आपां कह रहे प्रवासी भारतीय नाल कनैक्ट करन लई काफ़ी इनीशिएटिव्स चलाए ने, तां ਤੁਸੀਂ ਇਸ ਨਿਮੋਨਿਕ ਨਾਲ ਇਹਨਾਂ 4-5 ਇਨੀਸ਼ੀਏਟਿਵਸ ਨੂੰ ਯਾਦ ਕਰ ਸਕਦੇ ਹੋ। ਵੀ ਸਪੀਕ ਕਰਕੇ ਤੁਸੀਂ ਯਾਦ ਕਰ ਲਓ, ਸਪੀਕ ਇਹ ਤਾਂ ਚਲੋ ਹੈ ਨਹੀਂ, ਵੀ ਸਪੀਕ ਇਸੇ ਤਰੀਕੇ ਨਾਲ ਨਿਮੋਨਿਕ ਬਣਦੇ ਨੇ, ਤੁਸੀਂ ਆਪਦੇ ਕੰਫਰਟ ਦੇ ਅਕੋਰਡਿੰਗ ਬਣਾ ਲਓ। ਤਾਂ ਵੀ ਤੇ ਕਿਹੜਾ ਆਪਾਂ ਪ੍ਰੋਗਰਾਮ ਲਾਂਚ ਕੀਤਾ ਹੈ, ਵਾਜਰਾ। ਬੇਸਿਕਲੀ ਜਿਹੜੇ ਇੰਡੀਅਨ ਸਾਇੰਟਿਸਟ ਜਾਂ ਹਾਈਲੀ ਐਡੂਕੇਟਡ ਡਾਕਟਰਸ, ਰਿਸਰਚਰਸ, ਮੈਨੇਜਰਸ ਜਿਹੜੇ ਹੈ ਬਾਹਰਲੇ ਦੇਸ਼ਾਂ ਵਿੱਚ ਰਹਿ ਰਹੇ ਨੇ, ਤਾਂ ਉਹਨਾਂ ਦੀ ਐਕਸਪਰਟਿਜ਼ ਨੂੰ ਯੂਜ਼ ਕਰਨ ਲਈ ਆਪਾਂ ਉਹਨਾਂ ਨਾਲ ਕਨੈਕਟ ਕਰ ਰਹੇ ਹਾਂ। ਵਾਜਰਾ ਪ੍ਰੋਗਰਾਮ ਦੇ ਅੰਡਰ ਆਪਾਂ ਇਨਵਾਈਟ ਕਰਦੇ ਹਾਂ ਸਾਇੰਟਿਸਟ ਨੂੰ, ਡਾਕਟਰਸ ਨੂੰ, ਟੀਚਰਸ ਨੂੰ, ਮੈਨੇਜਰਸ ਨੂੰ ਕਿ ਉਹ ਇੰਡੀਆ ਵਿੱਚ ਵਾਪਸ ਆਉਣ ਅਤੇ ਆਪਦੀ ਐਕਸਪਰਟਿਜ਼ ਜਿਹੜੀ ਹੈ ਇੰਡੀਅਨਸ ਨੂੰ ਇੰਡੀਅਨ ਡਿਵੈਲਪਮੈਂਟ ਵਿੱਚ ਪ੍ਰੋਵਾਈਡ ਕਰਨ। ਠੀਕ ਹੈ ਜੀ, ਇਹ ਫਰਸਟ ਪ੍ਰੋਗਰਾਮ ਹੈ। ਦੂਸਰਾ ਹੈ ਸਕਿੱਲ स्पेशल प्रोग्राम फॉर डायस्पोरा चिल्ड्रन, स्कॉलरशिप प्रोग्राम, सॉरी स्कॉलरशिप प्रोग्राम फॉर डायस्पोरा चिल्ड्रन। ठीक है, तो जिन्ने भी इंडियंस बाहर रहते हैं उन्होंने दे बच्चों लई स्कॉलरशिप्स इंडिया जिहड़ा है पर एनम प्रोवाइड करता है हर साल। ठीक है जी, बाहर जिहड़ी है स्टडी काफ़ी महंगी होंदी है, एक्सपेंसिव होंदी है, तो इसीलिए ये स्कॉलरशिप प्रोग्राम इंडिया ने चलाया हुआ है एक डायस्पोरा की हेल्प लई। अगेन बहुत अच्छा इनीशिएटिव। ठीक है जी, नैक्सट है स्पीक दा पी ते प्रवासी कौशल विकास योजना। ठीक है जी, प्रवासी कौशल मीनस यूथ, विकास मीनस प्रोग्रेस, सक्सैस। ठीक है, तो इस बेसिकली ये है मैं कि जेडे भी अपने यूथ बाहर जा रहे हैं वो कुछ स्किल्स लैके जान ताकि बाहर जाके कुछ क्वालिटी जॉब्स कर सकन। तो इसीलिए ये प्रवासी तुसी ये कह सकते हो डायस्पोरा स्किलिंग प्रोग्राम है। ठीक है जी, तो प्रवासी कौशल विकास योजना तो ये स्किल डेवलपमेंट पे फोकस है। ठीक है जी, उस तो बाद नैक्सट इंपॉर्टेंट इनीशिएटिव जिहड़ा है ई माइग्रेट सिस्टम। ठीक है जी, बेसिकली अपने ਜਿਹੜੇ ਬਾਹਰ ਜਾਣ ਵਾਲੇ ਡਾਇਸਪੋਰਾ ਹੈ ਉਹਨਾਂ ਦਾ ਡਾਟਾਬੇਸ ਬਣਾ ਕੇ ਰੱਖਣਾ ਹੈ ਡਿਜੀਟਲ, ਤਾਂ ਕਿ ਕਦੀ ਵੀ ਜ਼ਰੂਰਤ ਪਵੇ ਉਹਨਾਂ ਦੀ ਐਕਸਪਲੋਇਟੇਸ਼ਨ ਨਾ ਹੋ ਸਕੇ, ਬਾਹਰ ਜਾ ਕੇ ਮਿਸਿੰਗ ਨਾ ਹੋ ਜਾਣ ਆਪਣੇ ਡਾਇਸਪੋਰਾ। ਟੈਰਰਿਸਟ ਵੀ ਕਈ ਵਾਰ ਕਿਡਨੈਪ ਕਰ ਲੈਂਦੇ ਹੈ। ਤਾਂ ਇਹ ਸਭ
ਇੰਡੀਅਨ ਡਾਇਸਪੋਰਾ ਦਾ ਆਪਣਾ ਟਰੈਕ ਰੱਖਣਾ ਬਹੁਤ ਜ਼ਰੂਰੀ ਹੈ। ਇਸੇ ਲਈ ਆਪਾਂ ਮਾਈਗ੍ਰੇਟ ਸਿਸਟਮ ਜਿਹੜਾ ਆਪਣੀ ਗਵਰਨਮੈਂਟ ਨੇ ਲਾਂਚ ਕੀਤਾ ਹੈ, ਤਾਂ ਕਿ ਅਗਰ ਡਾਟਾ ਰਵੇ ਤੇ ਉਹਨਾਂ ਦੀ ਸੁਰੱਖਿਆ ਦਾ ਧਿਆਨ ਰੱਖਿਆ ਜਾ ਸਕੇ। ਠੀਕ ਹੈ ਜੀ। ਲਾਸਟ ਹੈਗਾ KIP ਨੋ ਇੰਡੀਆ ਪ੍ਰੋਗਰਾਮ। ਬੇਸਿਕਲੀ ਜਿਹੜੇ ਡਾਇਸਪੋਰਾ ਯੂਥ ਹੈ, ਦੇਖੋ ਜਦ ਬਾਹਰ ਜਾਂਦੇ ਹੈ ਬਹੁਤ ਵਾਰ ਇੰਡੀਆ ਨਾਲ ਕਨੈਕਟ ਵੀ ਛੁੱਟ ਜਾਂਦਾ ਹੈ। ਸਾਲਾਂ ਤੱਕ ਬੱਚੇ ਜਿਹੜੇ ਹੈ ਕਈ ਤਾਂ ਉੱਥੇ ਹੀ ਜਨਮ ਲੈਂਦੇ ਨੇ, ਤਾਂ ਇੰਡੀਅਨ ਕਲਚਰਲ ਹੈਰੀਟੇਜ ਨਾਲ, ਇੰਡੀਅਨ ਰੂਟਸ ਨਾਲ ਉਹਨਾਂ ਦਾ ਕਨੈਕਟ ਜਿਹੜਾ ਹੈ ਟੁੱਟ ਜਾਂਦਾ ਹੈ। ਤਾਂ ਇਸੇ ਲਈ ਨੋ ਇੰਡੀਆ ਪ੍ਰੋਗਰਾਮ ਦੇ ਅੰਡਰ ਇੰਡੀਅਨ ਗਵਰਨਮੈਂਟ ਕਿਆ ਟਰਾਈ ਕਰ ਰਹੀ ਹੈ ਕਿ ਜਿਹੜੇ ਇੰਡੀਅਨ ਓਰੀਜਨ ਦੇ ਯੂਥ ਹੈ ਉਹਨਾਂ ਨੂੰ ਇੰਡੀਅਨ ਰੂਟਸ ਨਾਲ ਰੀਲਿੰਕ ਕੀਤਾ ਜਾਵੇ, ਇੰਡੀਅਨ ਕਲਚਰਲ ਹਿਸਟਰੀ ਨਾਲ, ਇੰਡੀਅਨ ਕਲਚਰਲ ਵੈਲਥ ਨਾਲ ਰੀਕਨੈਕਟ ਕੀਤਾ ਜਾ ਸਕੇ, ਤਾਂ ਕਿ ਉਹ ਅੱਗੇ ਸੌਫਟ ਪਾਵਰ ਦੇ ਰੂਪ ਵਿੱਚ ਇਹ ਕਲਚਰਲ ਵੈਲਥ ਜਿਹੜੀ ਹੈ ਦੂਸਰੇ ਫੋਰਨ ਨੇਸ਼ਨਸ ਵਿੱਚ ਟਰਾਂਸਲੇਟ ਕਰਨ ਜਿੱਥੇ ਵੀ ਉਹ ਰਹਿ ਰਹੇ ਨੇ। ਠੀਕ ਹੈ ਜੀ। ਇਹ ਇੰਪੋਰਟੈਂਟ ਸਕੀਮਸ ਨੇ, ਕੋਈ ਵੀ ਕੁਐਸਚਨ ਆਵੇ ਡਾਇਸਪੋਰਾ ਤੇ ਤੁਸੀਂ ਇਹ ਯੂਜ਼ ਕਰ ਸਕਦੇ ਹੋ। ਤਾਂ ਵੀ ਸਪੀਕ ਦੇ ਨਿਮੋਨਿਕ ਤੋਂ ਇਹਨੂੰ ਤੁਸੀਂ ਯਾਦ ਰੱਖਣ ਦੀ ਕੋਸ਼ਿਸ਼ ਕਰੋ, ਜਾਂ ਆਪਦੇ ਕੰਫਰਟ ਦੇ ਅਕੋਰਡਿੰਗ ਕੋਈ ਵੀ ਨਿਮੋਨਿਕ ਬਣਾ ਲਓ। ਠੀਕ ਹੈ। ਨੈਕਸਟ ਇੰਪੋਰਟੈਂਟ ਡਾਟਾ ਪੁਆਇੰਟ ਜਿਹੜਾ ਆਪਣੇ ਲਈ ਕਾਫੀ ਇੰਪੋਰਟੈਂਟ ਹੈ, ਇਹ ਆਪਾਂ ਦੇਖ ਲੈਂਦੇ ਹਾਂ। ਰੀਨਿਊਏਬਲ એનર્ਜੀ ਤੇ ਆਇਆ ਹੈ। ਠੀਕ ਹੈ ਜੀ। ਇਸ 'ਚ ਕਿਆ ਕਹਿ ਜਾ ਰਿਹਾ ਹੈ, ਇੰਡੀਆ 3rd ਲਾਰਜੈਸਟ ਪ੍ਰੋਡਿਊਸਰ ਹੈ ਰੀਨਿਊਏਬਲ એનર્ਜੀ ਦਾ। ਠੀਕ ਹੈ। ਰੀਨਿਊਏਬਲ એનર્ਜੀ ਜਿਹੜੀ ਆਪਣੀ ਟੋਟਲ ਇੰਸਟਾਲਡ ਕਪੈਸਿਟੀ ਦਾ 40% ਹੈ। ਮਤਲਬ ਸਮਝ ਲਓ ਜਿੰਨੀ ਵੀ ਇੰਡੀਆ ਵਿੱਚ ਬਿਜਲੀ ਪ੍ਰੋਡਿਊਸ ਹੋ ਰਹੀ ਹੈ, ਘਰਾਂ ਤੱਕ ਜਾ ਰਹੀ ਹੈ, ਉਸ 'ਚੋਂ 40% ਆਪਾਂ ਜਿਹੜੀ ਹੈ ਰੀਨਿਊਏਬਲ એનર્ਜੀ ਤੋਂ ਪ੍ਰੋਡਿਊਸ ਕਰ ਰਹੇ ਹਾਂ, ਜਿਵੇਂ ਕਿ ਸੋਲਰ ਹੋ ਗਿਆ, ਵਿੰਡ ਹੋ ਗਿਆ। ਬਹੁਤ ਹੀ ਅੱਛੀ ਅਚੀਵਮੈਂਟ ਹੈ ਕਿਸੇ ਕੰਟਰੀ ਲਈ। ਕਿਸੇ ਕੰਟਰੀ ਨੇ ਇੰਨਾ ਪ੍ਰੋਗਰੈਸ ਨਹੀਂ ਕੀਤਾ ਹੋਣਾ ਜਿੰਨਾ ਇੰਡੀਆ ਨੇ ਕਰ ਰੱਖਿਆ ਹੈ, ਤੇ ਇੰਡੀਆ ਵਰਲਡ ਵਿੱਚ 3rd ਲਾਰਜੈਸਟ ਪ੍ਰੋਡਿਊਸਰ ਵੀ ਹੈ। ਠੀਕ ਹੈ ਜੀ। ਨੈਕਸਟ ਇੰਪੋਰਟੈਂਟ ਡਾਟਾ ਹੈ ਕਿ ਇੰਨੀ ਪ੍ਰੋਗਰੈਸ ਦੇ ਅੰਡਰ ਇੰਡੀਆ ਨੇ ਆਪਦੀ ਐਮਿਸ਼ਨ ਇੰਟੈਂਸਿਟੀ ਜਿਹੜੀ ਹੈ, ਐਮਿਸ਼ਨ ਇੰਟੈਂਸਿਟੀ ਵੀ ਜਿੰਨੀਆਂ ਐਮਿਸ਼ਨਸ ਇੰਡੀਆ ਕਰਦਾ ਰਿਹਾ ਗ੍ਰੀਨ ਹਾਊਸ ਗੈਸਿਸ ਦੀਆਂ, ਉਹ 24% ਘਟਾ ਲਈ ਹੈ। ਠੀਕ ਹੈ। ਅਗਰ ਤੁਸੀਂ 2005 ਤੇ 2016 ਦਾ ਡਾਟਾ ਕੰਸੀਡਰ ਕਰੋ, ਕੰਪੇਅਰ ਕਰੋ, ਤਾਂ ਇੰਡੀਆ ਨੇ ਐਮਿਸ਼ਨ ਰਿਡਕਸ਼ਨ ਜਿਹੜੀ ਹੈ ਇੰਟੈਂਸਿਟੀ ਆਪਦੀ ਆਲਮੋਸਟ 24% ਜਿਹੜੀ ਹੈ ਘਟਾ ਦਿੱਤੀ ਗਈ ਹੈ। ਠੀਕ ਹੈ ਜੀ। ਇਹ 3 ਇੰਪੋਰਟੈਂਟ ਡਾਟਾ ਹੈ ਰੀਨਿਊਏਬਲ એનર્ਜੀ ਨਾਲ ਰਿਲੇਟਡ। ਇਹ ਬਹੁਤ ਇੰਪੋਰਟੈਂਟ ਹੈ। ਦੇਖੋ ਇਕਨੋਮੀ ਵਿੱਚ ਤੁਹਾਨੂੰ ਰੀਨਿਊਏਬਲ એનર્ਜੀ 'ਤੇ ਕੁਐਸਚਨ ਆਵੇ, ਈਵਨ ਐਸੇ ਵੀ ਤੁਹਾਨੂੰ ਆ ਸਕਦਾ ਹੈ, ਤਾਂ ਉੱਥੇ ਤੁਸੀਂ ਆਹ ਛੋਟੇ ਜਿਹੇ ਡਾਟਾ ਜਿਹੜੇ ਆ ਯੂਜ਼ ਕਰ ਸਕਦੇ ਹੋ। ਤਾਂ ਕਿਉਂ ਨਾ ਇਹਨੂੰ ਯਾਦ ਕੀਤਾ ਜਾਵੇ ਅਤੇ ਲਿਖ ਕੇ ਰੱਖਿਆ ਜਾਵੇ। ਤਾਂ ਇਸ ਲਈ ਆਹ 3 ਡਾਟਾ ਪੁਆਇੰਟਸ ਨੂੰ ਪਲੀਜ਼ ਆਪਦੇ ਕੋਲ ਰੱਖ ਕੇ ਲਿਖ ਕੇ ਰੱਖੋ ਐਂਡ ਯਾਦ ਕਰੋ। ਠੀਕ ਹੈ ਜੀ। ਲਾਸਟ ਹੈ, ਦੇਖੋ ਕਰੰਟ ਅਫੇਅਰ ਦਾ ਨਿਊਜ਼ ਸੀ, ਤਾਂ ਇਸੇ ਲਈ ਮੈਂ ਸੋਚਿਆ ਕਿ ਇਹ ਡਿਸਕਸ ਕਰ ਲਈਏ। ਆਲਦੋ ਕੁਐਸਚਨ ਆਉਣਾ ਤਾਂ ਘੱਟ ਪੋਸੀਬਿਲਿਟੀ ਹੈ ਪੰਜਾਬ PCS 'ਚ, ਬਟ ਬਾਕੀ ਛੋਟੇ ਮੋਟੇ ਐਗਜ਼ਾਮਸ 'ਚ ਆ ਸਕਦਾ ਹੈ। ਆਪਣੇ ਨਏ ਹੈਲਥ ਮਿਨਿਸਟਰ ਜਿਹੜੇ ਹੈ ਉਹ ਅਪੋਇੰਟ ਹੋਏ ਨੇ, ਜਿਹੜੇ ਆਪਣੇ ਚੀਫ ਮਿਨਿਸਟਰ ਹੈ ਭਗਵੰਤ ਮਾਨ ਜੀ, ਇਹਨਾਂ ਨੇ ਪੋਰਟਫੋਲੀਓ ਜਿਹੜੇ ਨੇ ਉਹ ਸ਼ਫਲ ਕੀਤੇ ਨੇ। ਕਹਿਣ ਦਾ ਮਤਲਬ ਹੈ ਕਿ ਜਿਹੜੇ ਮਿਨਿਸਟਰੀਜ਼ ਵਗੈਰਾ ਹੈ ਉਹ ਚੇਂਜ ਕੀਤੀਆਂ ਗਈਆਂ ਨੇ। ਤਾਂ ਇਸੀ ਦੇ ਅੰਤਰਗਤ ਆਪਣੇ ਕੋਲ ਇੱਕ ਨਵੇਂ ਡਾਕਟਰ ਬਲਵੀਰ ਸਿੰਘ ਨਾਮ ਦੇ, ਜੋ ਕਿ ਪਟਿਆਲਾ ਵਿੱਚ MLA ਰਹਿ ਚੁੱਕੇ ਨੇ, ਇਹਨਾਂ ਨੇ ਐਜ਼ ਅ ਹੈਲਥ ਐਂਡ ਫੈਮਿਲੀ ਵੈਲਫੇਅਰ ਮਿਨਿਸਟਰ ਆਫ ਪੰਜਾਬ ਦੀ ਪੋਸਟ ਇਹਨਾਂ ਨੇ ਸੰਭਾਲੀ ਹੈ, ਪਦਵੀ ਇਹਨਾਂ ਨੇ ਸੰਭਾਲੀ ਹੈ। ਠੀਕ ਹੈ। ਤਾਂ ਥੋੜਾ ਨਾਮ ਯਾਦ ਰੱਖੋ, ਪਰਸਨੈਲਿਟੀ ਬੇਸਡ ਕੁਐਸਚਨ ਕਦੀ ਪੁੱਛ ਲਿੱਤੇ ਜਾਂਦੇ ਨੇ। ਠੀਕ ਹੈ ਜੀ। ਅੱਜ ਦੀ ਡਿਸਕਸ਼ਨ ਲਈ ਇੰਪੋਰਟੈਂਟ ਟੌਪਿਕ ਸੀ। ਪਲੀਜ਼ ਲਾਈਕ, ਸਬਸਕ੍ਰਾਈਬ ਤੇ ਸ਼ੇਅਰ ਕਰੋ ਸਾਡਾ ਚੈਨਲ। ਥੈਂਕ ਯੂ ਸੋ ਮਚ ਫॉर ਵਾਚਿੰਗ।